ਧੰਨ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या तोपे स्वामी, मानस की गत यही। धन वाहिगुरु साहिब जी, धन दारा संपत सगल, जिन अपनी करमान, इनमें कछ संगी नहीं, नानक साची जान। धन दारा संपत सगल, जिन अपनी करमान, इनमें कछ संगी नहीं, नानक साची जान। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜੁੜ ਬੈਠੇ ਸਤਿਕਾਰੇ ਸਤਸੰਗੀ ਜਨੋ, ਗੁਰੂ ਮਹਾਰਾਜ ਜੀ ਦੀਆਂ ਵਡਿਆਈਆਂ ਨੂੰ ਆਪ ਬਾਣੀ ਦੇ ਰਾਹੀਂ, ਪਾਠ ਅਤੇ ਕੀਰਤਨ ਦੇ ਰਾਹੀਂ ਸ਼ਰਵਣ ਕਰ ਰਹੇ ਸੋ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮੁਬਾਰਕ ਬਚਨ ਸ਼ਲੋਕ ਰੂਪ ਦੇ ਵਿੱਚ ਜੋ ਗੁਰੂ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ 1425 ਅੰਕ ਤੋਂ ਇਹ ਪਾਵਨ ਸ਼ਬਦ ਸ਼ਲੋਕ ਪਾਠ ਕਰਦੇ ਹਾਂ, ਸ਼ਰਵਣ ਕਰਦੇ ਹਾਂ। ਆਪ ਜੀ ਨੇ ਮੂਲ ਰੂਪ ਦੇ ਵਿੱਚ ਜਿਸ ਸ਼ਲੋਕ ਦਾ ਪਾਠ ਸ਼ਰਵਣ ਕੀਤਾ ਹੈ, 57 ਸ਼ਲੋਕਾਂ ਦੇ ਆਰੰਭਤਾ ਦੇ ਵਿੱਚੋਂ ਲੜੀ ਨੰਬਰ 5 ਨੰਬਰ ਸ਼ਲੋਕ ਹੈ। ਗੁਰੂ ਮਹਾਰਾਜ ਜੀ ਦੀ ਅਸੀਸ ਲੈ ਕੇ ਪਾਵਨ ਸ਼ਲੋਕ ਦੀ ਵਿਚਾਰ ਸਾਂਝੀ ਕਰੀਏ। ਪ੍ਰਾਰੰਭਤਾ ਤੋਂ ਪਹਿਲਾਂ ਗੁਰਦੇਵ ਵੱਲੋਂ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੀ ਮੁਬਾਰਕ ਬਾਣੀ ਦੇ ਵਿੱਚੋਂ ਬਹੁਤਾਤ ਸ਼ਬਦ ਅਤੇ ਸ਼ਲੋਕ ਇਸ ਪ੍ਰਕਰਨ ਦੇ ਇਰਦ ਗਿਰਦ ਘੁੰਮਦੇ ਹਨ, ਜਿਸ ਵਿੱਚ ਮਹਾਰਾਜ ਜੀ ਨੇ ਬੈਰਾਗ ਦੀ ਗੱਲ ਕੀਤੀ ਹੈ, ਸੰਸਾਰ ਨੂੰ ਮਿੱਥ ਦੱਸਿਆ, ਰਚਨਹਾਰੇ ਦੀ ਰਚਨਾ ਨੂੰ ਗੁਰੂ ਮਹਾਰਾਜ ਜੀ ਨੇ ਬਿਨਸਣਾ ਦੱਸਿਆ ਕਿ ਇਹ ਸਭ ਕੁਝ ਜੋ ਬਣਿਆ ਹੈ, ਜੋ ਢਾਂਚਾ ਸਿਰਜਿਆ ਗਿਆ ਹੈ, ਇਹ ਆਖਿਰ ਫਨਾ ਹੋਣ ਵਾਲਾ ਹੈ, ਬਿਨਸਜਣ ਵਾਲਾ ਹੈ। ਫਿਰ ਇਹਦੀ ਪਕੜ ਕਿਸ ਤਰ੍ਹਾਂ ਕੀਤੀ ਜਾਏ? ਭਾਵੇਂ ਦੀ ਪਕੜ ਹੋ ਹੀ ਨਹੀਂ ਸਕਦੀ। ਜਿਹੜੀ ਬਣ ਕੇ ਟੁੱਟ ਰਹੀ ਹੈ ਉਹਨੂੰ ਅਸੀਂ ਫੜੀਏ ਵੀ ਕਿੱਦਾਂ? ਉਹਦੀ ਪਕੜ ਕੀਤੀ ਹੀ ਨਹੀਂ ਜਾ ਸਕਦੀ। ਪਰ ਜਦੋਂ ਕੋਈ ਉਹਦੀ ਪਕੜ ਕਰਨ ਦੀ ਕੋਸ਼ਿਸ਼ ਕਰਦਾ ਹੈ, ਉਦੋਂ ਅਖੀਰ ਦੇ ਵਿੱਚ ਉਹ ਪਰੇਸ਼ਾਨ ਹੁੰਦਾ ਹੈ, ਦੁਖੀ ਹੁੰਦਾ ਹੈ। ਗੁਰੂ ਮਹਾਰਾਜ ਜੀ ਨੇ ਸੰਕੇਤ ਇਹ ਦਿੱਤਾ ਹੈ ਕਿ ਇਹ ਵਰਤਨ ਵਿਹਾਰਨ ਦੀਆਂ ਵਸਤਾਂ ਹਨ। ਕਰਤੇ ਵਾਹਿਗੁਰੂ ਨੇ ਇਹ ਸਭ ਕੁਝ ਵਰਤੋਂ ਵਿਹਾਰ ਲਈ ਬਣਾਇਆ ਹੈ। ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ, ਵਰਤ ਸਕਦੇ ਹਾਂ, ਪਰ ਇਹਦੀ ਪਕੜ ਨਹੀਂ ਰੱਖ ਸਕਦੇ। ਜਿਵੇਂ ਇੱਕ ਦਰਖਤ ਦੀ ਛਾਂ ਹੈ, ਕਿਸੇ ਨੂੰ ਧੁੱਪ ਲੱਗਦੀ ਹੋਵੇ, ਕਿਸੇ ਨੂੰ ਸੇਕ ਲੱਗਦਾ ਹੋਵੇ, ਕੋਈ ਪਰੇਸ਼ਾਨ ਹੈ, ਜੇਠ ਹਾੜ ਦੇ ਮਹੀਨਿਆਂ ਦੇ ਵਿੱਚ ਤਪਦੀ ਹੋਈ ਧਰਤੀ ਤੇ ਉੱਤੋਂ ਸੂਰਜ ਦਾ ਪ੍ਰਤਾਪ, ਗਰਮੀ ਦਾ ਪੂਰਾ ਮਾਹੌਲ ਭਖਿਆ ਹੁੰਦਾ ਹੈ, ਅੱਗ ਭਖ ਰਹੀ ਹੁੰਦੀ ਹੈ,
ਤੇ ਕੋਈ ਘੜੀ ਕੁ ਦਰਖਤ ਦੀ ਛਾਂ ਥੱਲੇ ਬਹਿ ਜਾਏ, ਉਹਨੂੰ ਸਕੂਨ ਮਿਲਦਾ, ਉਹਨੂੰ ਠੰਡਕ ਮਹਿਸੂਸ ਹੁੰਦੀ ਹੈ, ਉਹਨੂੰ ਤਪਸ਼ ਤੋਂ ਰਾਹਤ ਮਿਲਦੀ ਹੈ। ਪਰ ਮਹਾਰਾਜ ਕਹਿੰਦੇ ਨੇ ਇਹ ਜਿਹੜੀ ਛਾਂ ਹੈ ਸਦਾ ਨਹੀਂ ਰਹੇਗੀ। ਛਾਂ ਮਾਣੀ ਜਾ ਸਕਦੀ ਹੈ, ਫੜ ਕੇ ਰੱਖੀ ਨਹੀਂ ਜਾ ਸਕਦੀ। ਸਿਰਫ ਛਾਂ ਥੋੜੇ ਚਿਰ ਦਾ ਸਕੂਨ ਦੇ ਸਕਦੀ ਹੈ। ਸਦਾ ਲਈ ਉਸ ਛਾਂ ਨੂੰ ਫੜ ਕੇ ਕੋਈ ਬੈਂਕ ਦੇ ਵਿੱਚ ਡਿਪੋਜ਼ਿਟ ਰੂਪ ਦੇ ਵਿੱਚ ਨਹੀਂ ਜਮ੍ਹਾਂ ਕਰਾ ਸਕਦਾ ਕਿ ਜਦੋਂ ਮਰਜ਼ੀ ਕੱਢ ਕੇ ਉਸ ਛਾਂ ਨੂੰ ਮਾਣ ਲਵਾਂਗੇ। ਮੰਨਣ ਲਈ ਜ਼ਰੂਰ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਆਖਿਆ ਜਿਹੜੇ ਪਰਿਵਾਰ ਦੇ ਜੀ ਹਨ, ਸਾਧਨ ਹਨ, ਸੁੱਖ ਸਹੂਲਤਾਂ ਹਨ, ਜੋ ਕੁਝ ਵੀ ਸਰੀਰਕ ਤੌਰ ਤੇ ਵਰਤੋਂ ਵਿਹਾਰ ਲਈ ਕਰਤੇ ਵਾਹਿਗੁਰੂ ਨੇ ਵਸਤਾਂ ਭੇਟਾਵਾਂ ਬਣਾਈਆਂ ਨੇ, ਇਹਨਾਂ ਨੂੰ ਵਰਤਿਆ ਤਾਂ ਜਾ ਸਕਦਾ ਹੈ ਔਰ ਠੀਕ ਢੰਗ ਦੇ ਨਾਲ ਵਰਤਿਆਂ, ਇਹਨਾਂ ਦੀ ਵਰਤੋਂ ਸਹੀ ਕੀਤਿਆਂ ਕੁਝ ਸਹੂਲਤਾਂ ਸੁੱਖ ਦੇ ਸਕਦੀਆਂ ਨੇ। ਪਰ ਇਹਨਾਂ ਨੂੰ ਕੋਈ ਫੜਨ ਦੀ ਕੋਸ਼ਿਸ਼ ਕਰੇਗਾ, ਨਹੀਂ ਗੱਲ ਬਣਨੀ। ਅਖੀਰ ਦੇ ਵਿੱਚ ਹਾਰਿਆ ਬੰਦਾ ਮਹਿਸੂਸ ਕਰੇਗਾ ਕਿ ਬਈ ਕੁਝ ਵੀ ਹੱਥ ਪੱਲੇ ਨਹੀਂ ਰਿਹਾ। ਗੁਰੂ ਮਹਾਰਾਜ ਜੀ ਦੀ ਤਕਰੀਬਨ ਬਾਣੀ ਤੇ ਸਲੋਕਾਂ ਦੇ ਵਿੱਚ ਇਹ ਗੱਲ ਕੇਂਦਰਿਤ ਹੈ ਅਸਲ ਦੇ ਵਿੱਚ। ਪਰ ਬਹੁਤਿਆਂ ਨੇ ਇਹ ਗੱਲ ਵੀ ਨਾਲ ਨਾਲ ਪ੍ਰਚਾਰੀ ਹੈ ਕਿ ਗੁਰੂ ਸਾਹਿਬ ਜੀ ਦੀ ਜਿਹੜੀ ਬਾਣੀ ਹੈ ਉਹ ਬੈਰਾਗ ਪੈਦਾ ਕਰਦੀ ਹੈ, ਤਿਆਗ ਪੈਦਾ ਕਰਦੀ ਹੈ। ਪਰ ਉਹਦੇ ਮਾਇਨੇ ਕਈ ਵਾਰੀ ਅਸੀਂ ਇਦਾਂ ਲੈ ਲੈਂਦੇ ਹਾਂ ਕਿ ਜਿਵੇਂ ਗੁਰੂ ਮਹਾਰਾਜ ਸਾਨੂੰ ਉਦਾਸੀ ਜੀ ਦੇ ਰਹੇ ਨੇ ਕਿ ਆ ਜੋ ਕੁਝ ਤੂੰ ਵੇਖ ਰਿਹਾ ਇਹ ਕੁਝ ਵੀ ਥਿਰ ਨਹੀਂ ਹੈ, ਕੁਝ ਰਹਿਣਾ ਨਹੀਂ। ਤੇ ਸਾਡੇ ਅਰਥਾਂ ਦੇ ਮੁਤਾਬਕ ਫਿਰ ਕਰਨਾ ਵੀ ਕੀ ਹੈ? ਫਿਰ ਬੈਰਾਗ ਚੰਗਾ ਹੈ। ਬੈਰਾਗ ਦਾ ਅਰਥ ਇੱਥੇ ਤਿਆਗ ਨਾਲ ਜਾਂ ਛੱਡ ਦੇਣ ਨਾਲ ਨਹੀਂ ਹੈ। ਇੱਥੇ ਬੈਰਾਗ ਦਾ ਭਾਵ ਹੈ ਕਿ ਅਸਲ ਦੇ ਵਿੱਚ ਅੰਦਰੋਂ ਮਾਲਕ ਵਾਹਿਗੁਰੂ ਜੀ ਦੇ ਪ੍ਰਤੀ ਵਿਛੋੜੇ ਦੀ ਭਾਵਨਾ, ਵਿਛੋੜੇ ਦਾ ਅਹਿਸਾਸ ਜਾਣਨਾ ਕਿ ਕਿਸੇ ਖਾਸ ਮੂਲ ਤੋਂ ਮੈਂ ਟੁੱਟਿਆ ਪਿਆ ਵਾਂ, ਵਿਛੜਿਆ ਪਿਆ ਵਾਂ, ਤੇ ਮੈਂ ਸਿੱਧਾ ਟਾਹਣ ਨੂੰ ਹੱਥ ਪਾਉਣਾ, ਜੜ ਨੂੰ ਭੁੱਲ ਜਾਂਦਾ ਵਾਂ। ਤੇ ਮਹਾਰਾਜ ਦੀ ਬਾਣੀ ਕਹਿੰਦੀ ਮੂਲ ਛੋੜ ਡਾਲੀ ਲੱਗੇ ਕਿਆ ਪਾਵੇਂ ਛਾਈ। ਬਿਨਾਂ ਮੂਲ ਤੋਂ ਟਾਹਣਾ ਕਿੱਦਾਂ ਆ ਗਈਆਂ, ਪੱਤੇ ਕਿੱਦਾਂ ਆ ਗਏ, ਇਹ ਛਾਂ ਕਿੱਦਾਂ ਆ ਗਈ। ਮੂਲ ਨੂੰ ਭੁੱਲਣਾ, ਬਸ ਇੰਨੀ ਕੁ ਗੱਲ ਮਹਾਰਾਜ ਨੇ ਧਿਆਨ 'ਚ ਦਵਾਈ ਹੈ ਕਿ ਬੇਸ ਨੂੰ ਨਾ ਭੁਲਾ, ਮੂਲ ਨੂੰ ਧਿਆਨ 'ਚ ਰੱਖ। ਅਸੀਂ ਜਦੋਂ ਮੂਲ ਬਣਾਉਣ ਵਾਲੇ ਨੂੰ ਭੁੱਲਦੇ ਹਾਂ, ਜਿਵੇਂ ਆਪਾਂ ਹੁਕਮਨਾਮਿਆਂ ਦੇ ਵਿੱਚ ਵੀ ਸ਼ਰਵਣ ਕਰਦੇ ਹਾਂ, ਬਾਣੀ ਵਿੱਚ ਮਹਾਰਾਜ ਨੇ ਆਖਿਆ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ। ਮੂਲ ਭੁੱਲ ਗਿਆ, ਟਾਹਣੀਆਂ ਤੇ ਪੱਤਿਆਂ ਨਾਲ ਸਰੋਕਾਰ ਜ਼ਿਆਦਾ ਜੁੜ ਗਿਆ, ਛਾਂ ਚੰਗੀ ਤਾਂ ਲੱਗ ਰਹੀ ਹੈ। ਇਦਾਂ ਕਈਆਂ ਨੇ ਬੈਰਾਗ ਦੇ ਜਦੋਂ ਭਾਵ ਆਪਣੇ ਮਾਇਨਿਆਂ ਦੇ ਵਿੱਚ ਲਏ, ਉਹ ਉਦਾਸੀਨ ਹੋ ਗਏ। ਔਰ ਆਪ ਜੀ ਨੂੰ ਪਤਾ ਹੋਏਗਾ ਭਾਰਤੀ ਸੰਸਕ੍ਰਿਤ ਦੇ ਵਿੱਚ ਅਨੇਕਾਂ ਸੰਸਥਾਵਾਂ, ਜਥੇਬੰਦੀਆਂ, ਅਨੇਕਾਂ ਟੋਲੇ ਤੁਸੀਂ ਇਦਾਂ ਦੇ ਵੇਖੋਗੇ ਜਿਨ੍ਹਾਂ ਨੇ ਘਰ-ਬਾਰ ਛੱਡੇ ਹੀ ਇਸੇ ਕਰਕੇ। ਉਹਨਾਂ ਨੇ ਆਖਿਆ ਜਦੋਂ ਸਾਰਾ ਕੁਝ ਟੁੱਟ ਭੱਜ ਹੈ, ਰਹਿਣਾ ਹੀ ਨਹੀਂ, ਤੇ ਫਿਰ ਨਾਲ ਰਹਿ ਕੇ ਕੀ ਫਾਇਦਾ ਇਹਨਾਂ ਦੇ। ਉਹਨਾਂ ਨੇ ਘਰ ਛੱਡਤੇ, ਬੱਚੇ, ਪਰਿਵਾਰ, ਸਾਰਾ ਕੁਝ ਹੀ ਛੱਡ ਕੇ ਘਰੋਂ ਨਿਕਲ ਗਏ। ਇੱਥੋਂ ਤੱਕ ਜਿਨ੍ਹਾਂ ਨੂੰ ਲੋਕ ਮਹਾਤਮਾ ਕਹਿ ਕੇ ਕਹਿੰਦੇ ਨੇ, ਮਹਾਤਮਾ ਬੁੱਧ, ਅੱਧੀ ਰਾਤ ਆਪਣੇ ਬੱਚਿਆਂ ਨੂੰ ਛੱਡ ਕੇ ਅਗਲਾ ਦੌੜ ਗਿਆ, ਬਾਅਦ ਵਿੱਚ ਪੂਜਨੀਕ ਬਣ ਗਏ। ਪਰ ਘਰ ਦੀਆਂ ਜ਼ਿੰਮੇਵਾਰੀਆਂ ਤੇ ਨਿਆਣਿਆਂ ਨੂੰ ਛੱਡ ਕੇ ਜਾਣ ਦਾ ਪਿੱਛੇ ਮੰਤਵ ਕੀ ਹੈ ਕਿ ਇਹਨਾਂ 'ਚ ਰਹਿ ਕੇ ਗਿਆਨ ਦੀ ਪ੍ਰਾਪਤੀ ਨਹੀਂ ਹੋਏਗੀ। ਤੇ ਗਿਆਨ ਦੀ ਪ੍ਰਾਪਤੀ ਦਾ ਅਰਥ ਹੈ ਜੀਵਨ ਜਿਉਣ ਦਾ ਸਰੋਕਾਰ ਤੇ ਪ੍ਰਭੂ ਦੇ ਨਾਲ ਇੱਕ ਸੁਰ ਹੋਣਾ। ਇਹ ਕੁਝ ਵੀ ਨਹੀਂ ਮਿਲਣਾ ਇਹਦੇ ਵਿੱਚ। ਭਗਤ ਕਬੀਰ ਸਾਹਿਬ ਦੇ ਸਲੋਕ ਪੜ੍ਹੀ, ਉਸ ਵਿੱਚ ਉਹਨਾਂ ਨੇ ਇਹੀ ਗੱਲ ਦਰਜ ਕੀਤੀ ਹੈ। ਉਹ ਕਹਿੰਦੇ ਚਾਲੇ ਥੇ ਹਰ ਮਿਲਨ ਕੋ ਬੀਚੇ ਅਟਕਿਓ ਚੀਤ। ਉਹਦਾ ਰੀਜ਼ਨ ਕੀ ਸੀ? ਕਹਿੰਦੇ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ। ਆਪਣੇ ਘਰ-ਬਾਰ ਇਸ ਕਰਕੇ ਛੱਡਿਆ ਕਿ ਅਸੀਂ ਰੱਬ ਲੱਭਣ ਚੱਲੇ ਹਾਂ, ਪਰ ਉਹਦੇ 4 ਕਦਮ ਨਹੀਂ ਤੁਰੇ ਤੇ ਲੋਕਾਂ ਨੇ ਉਹਦੀ ਰਿਸਪੈਕਟ ਕਰਨੀ ਸ਼ੁਰੂ ਕਰਤੀ। ਔਰ ਵਾਧੂ ਦੀ ਰਿਸਪੈਕਟ ਬੰਦੇ ਨੂੰ ਰੱਬ ਬਣਾ ਜਾਂਦੀ ਹੈ। ਖਾਮ ਦੀ ਜਿਹੜੀ ਰਿਸਪੈਕਟ ਹੈ ਨਾ, ਉਹ ਬੰਦੇ ਨੂੰ ਕਈ ਵਾਰੀ ਜ਼ਮੀਨੋਂ ਹੀ ਤੋੜ ਦਿੰਦੀ ਹੈ। ਉਹ ਹਕੀਕਤ ਤੋਂ ਬਿਲਕੁਲ ਨਾ ਗੁਜ਼ਰ ਜਾਂਦਾ, ਹਕੀਕਤ ਭੁੱਲ ਜਾਂਦਾ ਕਿ ਮੈਂ ਘਰੋਂ ਨਿਕਲਿਆ ਕਿਹੜੇ ਕਾਰਨ ਕਰਕੇ ਸਾਂ।
ਜਦੋਂ 4 ਕਦਮ ਤੁਰਿਆ ਤੇ ਉੱਥੇ ਲੋਕਾਂ ਦੀ ਮੰਡਲੀ ਨੇ ਉਹਨੂੰ ਘੇਰ ਲਿਆ ਤੇ ਬਸ ਉਹ ਮੰਡਲੀ ਉਹਦੇ ਚੇਲੇ ਬਣ ਗਏ ਤੇ ਜਗ੍ਹਾ ਉਹਦਾ ਡੇਰਾ ਬਣ ਗਿਆ। ਮਹਾਰਾਜ ਕਹਿੰਦੇ ਨੇ ਕਿੱਡੀ ਮਜ਼ਾਕ ਦੀ ਗੱਲ ਹੈ ਕਿ ਇੱਕ ਨਿੱਕਾ ਜਿਹਾ ਘਰ, ਪਰਿਵਾਰ ਦੇ 4 ਜੀ ਤੈਨੂੰ ਰੁਕਾਵਟ ਲੱਗਦੇ ਸਨ ਰੱਬ ਦੇ ਮਿਲਣ 'ਚ। ਹੁਣ ਵੇਖ ਜਗ੍ਹਾ ਵੀ ਕਿੱਡੀ ਵੱਡੀ ਮਿਲ ਗਈ ਤੇ ਚੇਲੇ ਚਪਾਹਟ ਵੀ ਕਿੰਨੀ ਗਿਣਤੀ ਦੇ ਵਿੱਚ ਹੋ ਗਏ ਨੇ। ਹੁਣ ਉਸ ਭੀੜ 'ਚ ਘਿਰਿਆ ਤੂੰ ਨਹੀਂ ਨਿਕਲ ਸਕਦਾ। ਬੱਚਿਆਂ 'ਚੋਂ ਤਾਂ ਨਿਕਲ ਸਕਦਾ ਸੈ ਤੂੰ, ਬੱਚਿਆਂ 'ਚੋਂ ਤਾਂ ਉਪਰਾਮ ਹੋ ਸਕਦਾ ਸੈ ਤੂੰ। ਜੋਗ ਨਾ ਖਿੰਥਾ ਜੋਗ ਨਾ ਡੰਡੈ ਜੋਗ ਨਾ ਭਸਮ ਚੜਾਈਐ ਜੋਗ ਨਾ ਮੁੰਦੀ ਮੂੰਡ ਮੁੰਡਾਏ ਜੋਗ ਨਾ ਸਿੰਘੀ ਵਾਈਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗਤ ਇਵੇਂ ਪਾਈਐ। ਇਹ ਛੱਡਣ ਦੀ ਲੋੜ ਥੋੜਾ ਸੀ, ਘਰ ਪਰਿਵਾਰ ਬੱਚੇ ਛੱਡਣ ਦੀ ਲੋੜ ਥੋੜਾ ਸੀ। ਬਸ ਜੁਗਤ ਇਹ ਸਿੱਖਣੀ ਸੀ ਕਿ ਅੰਜਨ ਮਾਹੇ ਨਿਰੰਜਨ ਕਿਵੇਂ ਰਹਿਣਾ। ਅੰਜਨ ਕਹਿੰਦੇ ਨੇ ਕਾਲਖ ਨੂੰ, ਦਾਗ ਨੂੰ। ਕਿਤੇ ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਤੂੰ ਦਾਗੀ ਨਾ ਹੋ ਜਾਵੇਂ। ਤੂੰ ਅਸਲ ਦੇ ਵਿੱਚ ਪਾਪ ਕੁਕਰਮ ਤੇ ਪਰਪੰਚ ਹੀ ਨਾ ਰਚ ਬੈਠੇ। ਇਹਦੇ ਤੋਂ ਤੂੰ ਖਬਰਦਾਰ ਰਹਿਣਾ ਸੀ, ਹੁਸ਼ਿਆਰ ਰਹਿਣਾ ਸੀ ਤੂੰ। ਪਰ ਮੈਨੂੰ ਖਿਮਾ ਕਰਿਓ, ਬੱਚਿਆਂ ਦੇ ਵਿੱਚ ਰਹਿ ਕੇ ਇਹ ਜੁਗਤ ਤੇ ਮਸ਼ੱਕਤ ਤੇ ਘਾਲਣਾ ਕਰਨ ਦੀ ਬਜਾਏ ਜੇ ਬੰਦਾ ਡੇਰੇ ਵਧਾਉਣ ਤੇ ਚੇਲੇ ਚਪਾਟ ਵਧਾਉਣ ਦੇ ਪਰਪੰਚ ਰਚਣ ਲੱਗ ਪਏ, ਕੋਈ ਟਿਕਾਣਾ ਹੀ ਬਾਕੀ ਨਹੀਂ ਰਹਿ ਜਾਂਦਾ ਉਸ ਬੰਦੇ ਵਾਸਤੇ, ਕੋਈ ਆਪਸ਼ਨ ਬਾਕੀ ਰਹਿ ਹੀ ਨਹੀਂ ਜਾਂਦੀ। ਉਹ ਪਹੁੰਚ ਹੀ ਕਿਤੇ ਨਹੀਂ ਸਕਦਾ। ਕਬੀਰ ਸਾਹਿਬ ਨੇ ਆਖਿਆ, ਕਹਿੰਦੇ ਚਾਲੇ ਥੇ ਹਰ ਮਿਲਨ ਕੋ, ਚੱਲਿਆ ਤੇ ਸੀ ਰੱਬ ਪਾਉਣ ਦੇ ਦਾਅਵੇ ਦੇ ਵਿੱਚ, ਵਿਚੇ ਅਟਕਿਓ ਚੀਤ, ਵਿੱਚ ਵਿਚਾਲੇ ਜਾ ਕੇ ਫਸ ਗਿਆ ਬੰਦਾ। ਕਿਉਂਕਿ ਸਿੱਖ ਸਾਖਾ ਬਹੁਤੇ ਕੀਏ, ਆਪਣੇ ਸਿੱਖ ਸਾਖਾ ਬਹੁਤੇ ਬਣਾ ਲਏ ਉਹਨੇ, ਘੇਰਾ ਵੱਡਾ ਕਰ ਲਿਆ ਉਹਨੇ। ਕੇਸੋ ਕੀਓ ਨਾ ਮੀਤ, ਕੇਸਵ ਅਕਾਲ ਪੁਰਖ ਵਾਹਿਗੁਰੂ ਉਹਨੂੰ ਸਾਥੀ ਨਾ ਬਣਾ ਸਕਿਆ। ਕਿੱਡੀ ਵੱਡੀ ਪ੍ਰੋਬਲਮ ਹੈ ਵੇਖੋ ਬੰਦੇ ਵਾਸਤੇ। ਨਾ ਸਮਝੀ ਕਰਕੇ ਲਿਆ ਗਿਆ ਡਿਸੀਜਨ ਉਹਨੂੰ ਹੋਰ ਖੂਹ ਖਾਤੇ 'ਚ ਪਾ ਦਿੰਦਾ। ਜਿੱਥੋਂ ਬੰਦੇ ਦੀ ਨਿਕਲਣ ਦੀ ਆਸ ਹੀ ਮੁੱਕ ਜਾਂਦੀ ਹੈ, ਕਿਵੇਂ ਨਿਕਲੇਗਾ ਉੱਥੋਂ ਦੀ। ਲੋਕ ਨਿਕਲਣ ਹੀ ਨਹੀਂ ਦੇਣਗੇ ਉੱਥੋਂ ਉਹਨੂੰ। ਲੋਕ ਕਹਿਣਗੇ ਹੁਣ ਤੂੰ ਬੈਕ ਘਰ ਕਿੱਦਾਂ ਜਾ ਸਕਦਾ, ਤੂੰ ਬੱਚਿਆਂ ਵਾਲਾ ਕਿੱਦਾਂ ਬਣ ਸਕਦਾ। ਹੁਣ ਨਹੀਂ, ਹੁਣ ਤੇ ਤੈਨੂੰ ਸਾਡਾ ਪ੍ਰਭੂ ਬਣ ਕੇ ਰਹਿਣਾ ਪਏਗਾ। ਪਰ ਖਿਮਾ ਕਰਿਓ, ਜਿੰਨੇ ਵੱਡੇ ਡੇਰੇ, ਜਿੰਨੇ ਜ਼ਿਆਦਾ ਚੇਲੇ ਚਪਾਟ, ਓਨਾ ਵੱਡਾ ਰਾਜਸੀ ਤੰਤਰ ਦਾ ਜਾਲ ਉਹਦੇ ਤੇ ਪੈ ਜਾਂਦਾ। ਕਿਉਂਕਿ ਰਾਜਸੀ ਲੋਕਾਂ ਨੂੰ ਬਣੀਆਂ ਬਣਾਈਆਂ ਵੋਟਾਂ ਚਾਹੀਦੀਆਂ ਨੇ, ਉਹ ਬਾਬੇ ਕੋਲ ਹੁੰਦੀਆਂ ਨੇ। ਉਹ ਸਾਂਝ ਗਾਟ ਕਰਕੇ ਕਹਿੰਦੇ ਨੇ ਕਿ ਇੰਨੇ ਲੋਕਾਂ ਕੋਲ ਅਸੀਂ ਜਾਵਾਂਗੇ, ਹੱਥ ਜੋੜਾਂਗੇ, ਉਹਨਾਂ ਦੀਆਂ ਲੋੜਾਂ ਸੁਣਾਂਗੇ, ਉਹਨਾਂ ਨਾਲ ਕਮਿਟਮੈਂਟ ਕਰਾਂਗੇ। ਇਹ ਸਾਰੇ ਜੰਜਾਲ ਨਾਲੋਂ ਚੰਗਾ ਨਹੀਂ ਕਿ ਤੂੰ ਦੱਸ ਤੂੰ ਕੀ ਲੈਣਾ ਤੇ ਇਹ ਸਾਰੀ ਵੋਟ ਬੈਂਕ ਤੂੰ ਸਾਨੂੰ ਸੌਂਪ ਦੇ। ਕਿੱਡੀ ਸੌਖੀ ਡੀਲ ਹੈ, ਸਰਲ ਤੇ ਸਸਤੀ ਹੈ। ਇਹੀ ਕਾਰਨ ਹੈ ਕਿ ਭਗਤ ਕਬੀਰ ਪਾਤਸ਼ਾਹ, ਭਗਤ ਕਬੀਰ ਜੀ ਦੀ ਬਾਣੀ ਪੜ੍ਹੋ, ਉਹਦੇ ਵਿੱਚ ਉਹਨਾਂ ਨੇ ਇਹੀ ਆਖਿਆ ਧਾਰਮਿਕ ਆਗੂ ਨੂੰ। ਉਹ ਕਹਿੰਦੇ ਤੁਸੀਂ ਸਾਨੂੰ ਗਾਵਾਂ ਸਮਝਿਆ ਹੋਇਆ ਤੇ ਤੁਸੀਂ ਸਾਡੇ ਉੱਤੇ ਗਵਾਲੇ ਬਣ ਕੇ ਬੈਠੇ ਹੋਏ ਹੋ। ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ। ਦਾਵਾ ਇਹ ਹੈ ਕਿ ਜਨਮਾਂ ਜਨਮੰਤਰਾਂ ਦੇ ਤੁਸੀਂ ਇਹ ਦਾਅਵੇ ਕੀਤੇ ਨੇ ਕਿ ਅਸੀਂ ਤੁਹਾਨੂੰ ਪਾਰ ਲੈ ਕੇ ਜਾਵਾਂਗੇ, ਕਿਸੇ ਥਾਂ ਤੇ ਪਹੁੰਚਾ ਦੇਵਾਂਗੇ ਤੁਹਾਨੂੰ, ਤੇ ਅਸੀਂ ਗਊਆਂ ਹਾਂ ਤੁਹਾਡੀਆਂ, ਸਿਰ ਸੁੱਟ ਕੇ ਤੁਰੀਆਂ ਹੋਈਆਂ ਹਾਂ। ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ। ਪਰ ਕਬੀਰ ਸਾਹਿਬ ਕਹਿੰਦੇ ਨੇ ਕਭੂ ਨਾ ਪਾਰ ਉਤਾਰ ਚਰਾਇਓ ਕੈਸੇ ਖਸਮ ਹਮਾਰੇ। ਤੁਸੀਂ ਕਿੱਦਾਂ ਦੇ ਗਵਾਲੇ ਤੇ ਕਿੱਦਾਂ ਦੇ ਮਾਲਕ ਹੋ, ਹੱਥ ਵਿੱਚ ਸੋਟੀ ਤਾਂ ਫੜੀ ਹੈ ਤੁਸੀਂ, ਸਾਨੂੰ ਹਿੰਗਦੇ ਤਾਂ ਜ਼ਰੂਰ ਹੋ ਤੁਸੀਂ। ਅਸੀਂ ਸਿਰ ਸੁੱਟ ਕੇ ਗਾਵਾਂ ਤੁਰੀਆਂ ਹੋਈਆਂ ਵਾ, ਪਰ ਕਦੀ ਸਾਨੂੰ ਬੰਨੇ ਹੀ ਨਹੀਂ ਲਾਇਆ ਤੁਸੀਂ, ਕਦੀ ਕਿਸੇ ਕਿਨਾਰੇ ਹੀ ਨਹੀਂ ਲਾਇਆ ਤੁਸੀਂ। ਦਾਅਵੇ ਹੀ ਨੇ ਸਿਰਫ ਤੁਹਾਡੇ। ਹੁਣ ਅਗਲਿਆਂ ਨੇ ਗਾਵਾਂ ਨੂੰ ਕੰਟਰੋਲ ਕਰਨਾ ਤੇ ਇਹਦੀ ਜਗ੍ਹਾ ਇੱਕ ਗਵਾਲਾ ਹੀ ਕੰਟਰੋਲ ਕਰ ਲੈਣਾ। ਉਹਨਾਂ ਨੇ ਕਹਿਣਾ ਥੱਲੀਆਂ ਗਾਵਾਂ ਆਪਣੇ ਆਪ ਹੀ ਆ ਜਾਣਗੀਆਂ। ਇਹ ਸਦਾ ਚੱਲਦਾ ਆਇਆ, ਹੁਣ ਵੀ ਇਦਾਂ ਹੈ, ਔਰ ਗੁਰੂ ਮਹਾਰਾਜ ਦੇ ਵਕਤ ਵੀ ਇਦਾਂ ਸੀ। ਸੋ ਮੈਂ ਬੇਨਤੀ ਕਰਨ ਦਿਆਂ ਕਿ ਗੁਰੂ ਮਹਾਰਾਜ ਨੇ ਇਹੋ ਜਿਹਾ ਤਿਆਗ ਨਹੀਂ ਸੀ ਸਿਖਾਇਆ ਕਿ ਤੁਸੀਂ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਜਾਓ, ਛੱਡ ਜਾਓ। ਨਹੀਂ, ਇਸ ਵਿੱਚ ਰਹਿ ਕੇ ਉਹ ਗੱਲ ਬਣ ਸਕਦੀ ਹੈ। ਘਰ ਦੇ ਵਿੱਚ ਰਹਿ ਕੇ ਉਹ ਰੰਗ ਲੱਗ ਸਕਦਾ ਹੈ। ਘਰ ਲਾਗੋ ਰੰਗ,
ਜਿਵੇਂ ਭਗਤ ਸਾਹਿਬ ਜੀ ਨੇ ਆਖਿਆ ਨਾ ਕਿ ਮੇਰਾ ਮਨ ਪਿੰਗਲਾ ਹੋ ਗਿਆ ਹੁਣ ਬਾਹਰ ਦੀ ਦੌੜ ਭੱਜ ਤੋਂ। ਹੁਣ ਮੇਰਾ ਮਨ ਪਿੰਗਲਾ ਹੋ ਗਿਆ ਕਿਉਂਕਿ ਬਾਹਰ ਦੀ ਦੌੜ ਭੱਜ ਇਸ ਕਰ ਸੇ ਕਿ ਬਾਹਰ ਸਭ ਕੁਝ ਪਿਆ ਹੈ, ਪਰ ਹੁਣ ਘਰ ਲਾਗੋ ਰੰਗ ਮੈਂ ਟਿਕਾ ਚ ਆ ਗਿਆ ਆਪਣੇ ਅੰਦਰ। ਹੁਣ ਇੱਥੇ ਰੰਗ ਚੜ ਗਿਆ, ਇੱਥੇ ਸਭ ਕੁਝ ਉਹ ਮਿਲਿਆ ਮਹਿਸੂਸ ਹੁੰਦਾ ਹੈ। ਸੋ ਗੁਰੂ ਮਹਾਰਾਜ ਨੇ ਸ਼ਲੋਕ ਚ ਆਖਿਆ, ਕਹਿੰਦੇ ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ। ਇਹ ਸਾਰੀਆਂ ਚੀਜ਼ਾਂ ਨੂੰ ਤੂੰ ਆਪਣੀ ਹੀ ਮੰਨਦਾ ਹੈ ਨਾ। ਧਨ, ਧਨ ਦਾ ਅਰਥ ਹੁੰਦਾ ਹੈ ਪੈਸਾ, ਕਰੰਸੀ, ਰੁਪਈਆ। ਧਨ ਦਾਰਾ ਦਾ ਅਰਥ ਹੁੰਦਾ ਹੈ ਇਸਤਰੀ, ਔਰਤ, ਪਤਨੀ। ਸੰਪਤ ਦਾ ਅਰਥ ਹੁੰਦਾ ਸੰਪਤੀ, ਜਾਇਦਾਦ, ਜੋ ਕੁਝ ਉਹਨੇ ਅੱਜ ਤੱਕ ਇਕੱਠਾ ਕੀਤਾ ਜਾਇਦਾਦ। ਧਨ ਦਾਰਾ ਸੰਪਤ ਸਗਲ, ਹੋਰ ਵੀ ਜੋ ਇਹੋ ਜਿਹਾ ਤੂੰ ਆਪਣਾ ਸਮਝਦਾ ਹੈ। ਜਿਨ ਆਪਣੀ ਕਰਮਾਨ, ਜਿਹਨੂੰ ਤੂੰ ਵਾਕਈ ਆਪਣੀ ਕਰਕੇ ਮੰਨਦਾ, ਇਹ ਮੇਰਾ ਹੈ। ਜਿਹਦੇ ਤੇ ਤੇਰਾ ਦਾਵਾ ਹੁੰਦਾ ਕਿ ਇਹ ਚੀਜ਼ ਮੇਰੀ, ਇਹਦੇ ਤੇ ਤੂੰ ਆਪਣੀ ਮੋਹਰ ਲਾਉਣਾ ਕਿ ਜੋ ਜੋ ਮੇਰੇ ਕੰਟਰੋਲ 'ਚ ਹੈ, ਮੇਰੇ ਨਜ਼ਦੀਕੀ ਹੈ, ਮੇਰਾ ਖਟਿਆ ਕਮਾਇਆ ਹੈ, ਉਹ ਮੇਰਾ ਹੈ। ਉਹਦੇ ਤੇ ਤੂੰ ਮੋਹਰ ਲਾਉਣਾ ਹੈ ਆਪਣੀ। ਤੇ ਇੱਥੋਂ ਤੱਕ ਗੁਰਬਾਣੀ ਨੇ ਆਖ ਦਿੱਤਾ ਕਿ ਇਹ ਸਾਰੀਆਂ ਚੀਜ਼ਾਂ ਕਈ ਵਾਰੀ ਨਾ ਇਕੱਠੀਆਂ ਕਰਨ ਲਈ ਵੀ ਇਹਨੂੰ ਚਲਾਕੀ ਤੇ ਚੁਸਤੀਆਂ ਦੀ ਦੌੜ ਲਾਉਣੀ ਪੈਂਦੀ ਹੈ। ਜਿਵੇਂ ਭਾਈ ਸਾਹਿਬ ਕੱਲ ਸ਼ਬਦ ਪੜ੍ਹ ਰਹੇ ਸਨ, ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਪੈ ਆਨ ਲੁਟਾਵੇ। ਅਜਿਹਾ ਹੁੰਦਾ ਸਮਾਜ ਦੇ ਵਿੱਚ। ਤੁਸੀਂ ਵੇਖੋ, ਪਤਨੀ ਦੀਆਂ ਜ਼ਰੂਰਤਾਂ ਦਿਖਦੀਆਂ ਨੇ, ਉਹ ਆਖਦੀ ਹੈ ਕਿ ਬਈ ਮੈਂ ਇੰਨੇ ਸੂਟ ਲੈਣੇ ਨੇ, ਆਹ ਕੁਝ ਨਵਾਂ ਚਾਹੀਦਾ ਹੈ, ਫਰਿੱਜ ਚਾਹੀਦੀ ਹੈ, ਟੀਵੀ ਚਾਹੀਦਾ ਹੈ, ਹਰ ਇੱਕ ਚੀਜ਼ ਜ਼ਰੂਰਤ ਹੈ ਨਾ ਘਰ ਦੀ, ਉਹਦੀ ਲਿਸਟ ਦਿਖਦੀ ਹੈ। ਪਰ ਕਈ ਵਾਰੀ ਇਦਾਂ ਹੁੰਦਾ ਕਿ ਸਰਮਾਇਆ ਉਹਨਾਂ ਕੋਲ ਨਹੀਂ ਹੁੰਦਾ, ਉਹਨੀ ਪੇ ਨਹੀਂ ਮਿਲਦੀ, ਤਨਖਾਹ ਨਹੀਂ ਮਿਲਦੀ, ਉਹਨਾਂ ਉਹਦੇ ਕੋਲ ਸਰਮਾਇਆ ਨਹੀਂ ਹੁੰਦਾ ਜਿੰਨੀ ਉਹਨੂੰ ਜ਼ਰੂਰਤਾਂ ਦੀ ਲਿਸਟ ਵੱਡੀ ਦਿਖ ਰਹੀ ਹੁੰਦੀ ਹੈ। ਹੁਣ ਉਹ ਕੀ ਕਰਦਾ ਹੈ ਕਿ ਆਪਣੇ ਪਰਿਵਾਰ ਦੀਆਂ ਜਾਂ ਆਪਣੇ ਪਤਨੀ ਦੀਆਂ ਜ਼ਰੂਰਤਾਂ ਨੂੰ ਮੱਦੇ ਨਜ਼ਰ ਰੱਖ ਕੇ ਕਿਸੇ ਦਾ ਸੁਹਾਗ ਉਜਾੜ ਹੁੰਦਾ ਤਾਂ ਕਿ ਮੇਰੇ ਘਰ ਮੇਰੀ ਪਤਨੀ ਦੀਆਂ ਲੋੜਾਂ ਪੂਰੀਆਂ ਰਹਿਣ। ਇਦਾਂ ਹੁੰਦਾ ਹੈ, ਇਦਾਂ ਹੀ ਕੀਤਾ ਜਾਂਦਾ ਹੈ। ਜਿਹੜੇ ਕਿਸੇ ਦਾ ਗਲ ਘੋਟ ਕੇ ਮਾਰਦੇ ਨੇ ਨਾ, ਉਹਨਾਂ ਨੂੰ ਉਹਦੀ ਪਤਨੀ ਦਿਖਦੀ ਨਹੀਂ ਸੀ, ਉਹਦੇ ਬੱਚੇ ਨਹੀਂ ਸਨ ਵਿਖਦੇ, ਉਹਨੂੰ ਵਿਖਦੀ ਸੀ ਆਪਣੀ ਪਤਨੀ, ਆਪਣੇ ਨਿਆਣੇ, ਆਪਣੀਆਂ ਜ਼ਰੂਰਤਾਂ। ਉਹਨੇ ਦੂਜੇ ਦੇ ਗਲ ਦੇ ਵਿੱਚ ਅੰਗੂਠਾ ਪਾ ਕੇ ਸਭ ਕੁਝ ਖਿੱਚ ਲਿਆਂਦਾ। ਭੁੱਲ ਗਿਆ ਇਸ ਗੱਲ ਨੂੰ, ਵਿਸਰ ਹੀ ਗਈ ਗੱਲ। ਜਿਹੜੀ ਬੇਨਤੀ ਕਰ ਰਿਹਾ ਸੀ ਮੂਲ ਭੁੱਲ ਗਿਆ, ਟਾਣਾ ਨੂੰ ਸਿੱਧਾ ਹੱਥ ਪਾ ਰਿਹਾ, ਬੇਸ ਭੁੱਲ ਗਿਆ ਕਿ ਜਿਵੇਂ ਮੈਨੂੰ ਅਹਿਸਾਸ ਹੁੰਦਾ ਹੈ ਨਾ ਕੋਈ ਨੁਕਸਾਨ ਹੋ ਜਾਂਦੇ, ਕਿੱਡਾ ਦੁੱਖ ਹੁੰਦਾ, ਪਰੇਸ਼ਾਨੀ ਹੁੰਦੀ ਹੈ, ਹੂਬਹੂ ਇਹ ਵੀ ਬੰਦਾ ਮਿੱਟੀ ਦਾ ਬਾਵਾ ਮੇਰੇ ਵਰਗਾ ਹੀ ਹੈ, ਇਹਨੂੰ ਵੀ ਉਨੀ ਤਕਲੀਫ ਹੋਣੀ ਹੈ। ਜਿਵੇਂ ਕੋਈ ਮੈਨੂੰ ਨੁਕਸਾਨ ਪਹੁੰਚਾ ਦੇ ਤੇ ਮੇਰੀ ਨੁਕਸਾਨ ਦੀ ਗੱਲ ਮੇਰੀ ਪਤਨੀ ਤੇ ਬੱਚਿਆਂ ਤੱਕ ਪਹੁੰਚੇ ਕਿ ਉਹ ਕਿੰਨੇ ਪਰੇਸ਼ਾਨ ਹੋਣਗੇ। ਤੇ ਹੂਬਹੂ ਜਿਸ ਬੰਦੇ ਨੂੰ ਮੈਂ ਬਲੀ ਚੜਾਉਣ ਲੱਗਾ, ਇਹਦੇ ਨੁਕਸਾਨ ਨੂੰ ਜਦੋਂ ਘਰ ਵਾਲੇ ਸੁਣਨਗੇ, ਇਹਦੇ ਨੁਕਸਾਨ ਦੀ ਵਾਰਤਾ ਜਦੋਂ ਬੱਚਿਆਂ ਤੱਕ ਪਹੁੰਚੇਗੀ, ਉਹ ਕਿੱਡੀ ਤਕਲੀਫ ਵਿੱਚ ਜਾਣਗੇ। ਇਹ ਗੱਲ ਭੁੱਲ ਜਾਂਦੀ ਹੈ ਕਿ ਫੀਲਿੰਗ ਸੇਮ ਹੀ ਹੁੰਦੀਆਂ ਨੇ। ਇਹ ਗੱਲ ਜਦੋਂ ਭੁੱਲ ਜਾਏ ਨਾ ਬੰਦੇ ਨੂੰ, ਔਰ ਮੈਂ ਅਕਸਰ ਇਹ ਬੇਨਤੀ ਕਰਨਾ, ਜਦੋਂ ਬਾਣੀ ਕਹਿੰਦੀ ਨਾ ਸਭ ਮੈਂ ਜੋਤ ਜੋਤ ਹੈ ਸੋਏ, ਤੇ ਕਿਸੇ ਵਿੱਚੋਂ ਲਾਈਟ ਥੋੜਾ ਅਸੀਂ ਵੇਖ ਲੈਣੀ ਹੈ ਕਿ ਫਲਾਣੇ 'ਚ ਵੀ ਲਾਈਟ ਹੈ, ਫਲਾਣੇ 'ਚ ਵੀ ਲਾਈਟ ਥੋੜਾ ਵੇਖੇਗੀ ਸਾਨੂੰ। ਜੋਤ ਕੀ ਹੈ, ਕਿਵੇਂ ਮਹਿਸੂਸ ਕਰੀਏ ਕਿ ਜੋਤ ਵਾਕਈ ਜੋਤ ਹੈਗੀ ਸਾਰਿਆਂ ਦੇ ਅੰਦਰ। ਬਸ ਉਹ ਫੀਲਿੰਗ ਪੱਧਰ ਤੇ ਹੀ ਹੈ, ਮਹਿਸੂਸ ਕਰਨ ਦੇ ਉੱਤੇ ਹੀ ਹੈ ਕਿ ਜਿਵੇਂ ਮੈਨੂੰ ਪੈਦਾ ਕੀਤਾ ਰੱਬ ਨੇ, ਮੈਨੂੰ ਅੱਖਾਂ ਲਾਈਆਂ, ਅੰਗ ਲਾਏ, ਮੈਨੂੰ ਸਹੂਲਤਾਂ ਦਿੱਤੀਆਂ, ਹਵਾ ਪਾਉਣ, ਪਾਣੀ ਪ੍ਰੋਵਾਈਡ ਕੀਤਾ, ਹੂਬਹੂ ਇਸ ਬੰਦੇ ਨੂੰ ਵੀ ਉਦਾਂ ਹੀ ਕੀਤਾ। ਇੱਕੋ ਮਿੱਟੀ ਦੇ ਗੁੱਜੇ ਹੋਏ ਆ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁਮਾਰੈ। ਤੇ ਜਦੋਂ ਮੈਂ ਦੂਜੇ ਮਿੱਟੀ ਦੇ ਦੀਵੇ ਨੂੰ ਭੰਨਣਾ ਵਾ ਕਿ ਮੇਰਾ ਜਗਦਾ ਰਵੇ, ਉਦੋਂ ਇਹ ਗੱਲ ਭੁੱਲ ਜਾਂਦੀ ਹੈ ਕਿ ਇਹਨਾਂ ਨੂੰ ਬਣਾਉਣ ਵਾਲਾ ਇੱਕੋ ਹੀ ਹੈ। ਇੱਕੋ ਥਾਂ ਤੋਂ ਮਿੱਟੀ ਆਈ, ਇੱਕੋ ਹੱਥਾਂ ਝੁਕੜੇ ਹੋਏ ਆ ਦੋਵੇਂ ਜਾਣੇ। ਪਰ ਜਦੋਂ ਸਿਰਫ ਆਪਣਤ ਦਿਖੇ, ਖੁਦਗਰਜੀ ਵਿਖੇ, ਉਦੋਂ ਭੁੱਲ ਜਾਏਗੀ ਇਹ ਗੱਲ, ਦੂਸਰੇ ਪ੍ਰਤੀ ਚੇਤੇ ਨਹੀਂ ਰਹਿਣੀ।
ਇਸ ਰੂਪ ਦੇ ਵਿੱਚ ਇਹ ਗੱਲ ਮਹਿਸੂਸ ਹੋਏਗੀ, ਇਹ ਫੀਲਿੰਗ ਚਾਹੇਗੀ, ਸਮਝੀ ਜਾਏਗੀ ਕਿ ਸਾਰਿਆਂ ਦੇ ਵਿੱਚ ਇੱਕੋ ਹੀ ਰਮਕ ਹੈ, ਸਾਰਿਆਂ ਦੇ ਵਿੱਚ ਇੱਕੋ ਜਿਹਾ ਹੀ ਅਕਾਲ ਪੁਰਖ ਦਾ ਵਰਤਾਵਾ ਹੈ। ਸਭ ਬਰਾਬਰ ਨੇ ਉਹਦੇ ਵਾਸਤੇ, ਇਕੁਅਲ ਨੇ, ਬਰਾਬਰ ਨੇ। ਇਹ ਪ੍ਰੈਕਟੀਕਲ ਰੂਪ ਦੇ ਵਿੱਚ ਹੋਣਾ ਹੈ। ਅਸੀਂ ਕਈ ਵਾਰੀ ਕੀ ਕਰਦੇ ਹਾਂ, ਪਰਿੰਦਿਆਂ ਨੂੰ ਦਾਣੇ ਪਾਈ ਜਾਵਾਂਗੇ, ਪੰਛੀਆਂ ਨੂੰ ਦਾਣੇ ਕੋਈ ਪਾ ਰਿਹਾ ਹੈਗਾ ਤੇ ਉਹਨੂੰ ਪੁੱਛੋ, ਉਹ ਸੋਚਦਾ ਧਾਰਮਿਕ ਕੰਮ ਕਰ ਰਿਹਾ ਮੈਂ। ਉੱਦਾਂ ਪਰਿੰਦਿਆਂ ਨੂੰ ਕੋਈ ਦਾਣਾ ਪਾਏ ਚੰਗੀ ਗੱਲ ਹੈ, ਪਰ ਉਹ ਸੋਚਦਾ ਮੈਂ ਚਲੋ ਇਦਾਂ ਧਾਰਮਿਕ ਕੰਮ ਕਰ ਲਵਾਂ ਆਪਣਾ। ਪੰਛੀਆਂ ਦੀ ਸੇਵਾ ਕਰ ਰਿਹਾ ਕਿਉਂਕਿ ਧਰਮ ਕਹਿੰਦਾ, ਜਾਨਵਰਾਂ ਦੀ ਸੇਵਾ ਕਰ ਰਿਹਾ ਧਰਮ ਕਹਿੰਦਾ, ਗਊਆਂ ਨੂੰ ਜਾ ਕੇ ਪੱਠੇ ਪਾਉਣੇ, ਗਊਸ਼ਾਲਾ ਜਾ ਕੇ ਭੇਟਾਂ ਚੜਾਉਣੀਆਂ ਧਰਮ ਕਹਿੰਦਾ, ਪਰ ਬੰਦਿਆਂ ਨੂੰ ਨੋਚ ਕੇ ਖਾ ਜਾਣਾ ਇਹ ਕਿਹੜਾ ਧਰਮ ਕਹਿੰਦਾ? ਗਾਵਾਂ ਦੇ ਬੁੱਤ ਬਣਾ ਕੇ ਤੁਸੀਂ ਗਾਵਾਂ ਦੀ ਪੂਜਾ ਤਾਂ ਕਰੋ, ਜਿਉਂਦੇ ਜੀ ਬੰਦਿਆਂ ਦੇ ਗਲ ਵਿੱਚ ਟਾਇਰ ਪਾ ਕੇ ਵਿੱਚ ਚੁਰਾਹਿਆਂ ਦੇ ਵਿੱਚ ਸਾੜ ਦਵੋ, ਇਹ ਕਿਹੜਾ ਧਰਮ ਕਹਿੰਦਾ ਤੁਹਾਨੂੰ? ਇਹ ਕਿਹੜਾ ਮਜ਼ਹਬ ਸਿਖਾ ਰਿਹਾ ਹੈ? ਪੰਛੀਆਂ ਤੇ ਜਾਨਵਰਾਂ ਦੀ ਕਦਰ ਤੁਹਾਨੂੰ ਇਸ ਕਰਕੇ ਹੈ ਕਿਉਂਕਿ ਤੁਸੀਂ ਸੋਚਦੇ ਹੋ ਪਰਉਪਕਾਰ ਕਰ ਰਹੇ ਆ, ਪਰ ਬੰਦੇ ਸਰੇਆਮ ਤੋੜ ਭੰਨ ਦਿੱਤੇ ਜਾਣ, ਉਹਨੂੰ ਵੀ ਧਾਰਮਿਕ ਮੋਹਰ ਥੱਲੇ ਹੀ ਕਿਹਾ ਜਾਵੇ, ਇਹ ਵੀ ਧਰਮ ਹੀ ਸਿਖਾ ਰਿਹਾ ਹੈ। ਔਰ ਚੱਲਦਾ ਆਇਆ, ਸਦੀਆਂ ਤੋਂ ਇਹ ਚੱਲਦਾ ਆਇਆ। ਮੁਗਲਾਂ ਨੇ ਵੀ ਉਹੀ ਕੀਤਾ। ਧਾਰਮਿਕਤਾ ਦੀ ਕੱਟੜਤਾ ਦੇ ਥੱਲੇ ਜਿੰਨੀ ਕੁ ਉਹਨਾਂ ਨੂੰ ਸੋਝੀ ਸੀ, ਜਿੰਨੀ ਕੁ ਉਹਨਾਂ ਨੇ ਧਰਮ ਦੀ ਪਰਿਭਾਸ਼ਾ ਸਿਰਜ ਲਈ, ਬਣਾ ਲਈ, ਉਹਨਾਂ ਨੇ ਸਿਰਫ ਆਪਣਾ ਆਪ ਵੇਖਿਆ। ਦੂਜੇ ਦੀ ਹਸਤੀ ਮਿਟਾਉਣ ਲਈ ਅਗਲਿਆਂ ਨੇ ਅੱਡੀ ਦਾ ਜ਼ੋਰ ਲਾ ਦਿੱਤਾ। ਸਾਡੀ ਬੋਲੀ ਬੋਲੋ, ਤੁਸੀਂ ਕਿਉਂ ਸੰਸਕ੍ਰਿਤ ਬੋਲੋ? ਸਾਡਾ ਪਹਿਰਾਵਾ ਪਾਵੋ, ਤੁਸੀਂ ਆਪਣੀ ਵੇਸ਼ ਭੂਸ਼ਾ ਕਿਉਂ ਪਾਵੋ? ਸਾਡੇ ਤਰੀਕੇ ਦਾ ਬਣਾਇਆ ਖਾਣਾ ਖਾਵੋ, ਤੁਸੀਂ ਆਪਣੇ ਖਾਣੇ ਕਿਵੇਂ ਪਕਾ ਸਕਦੇ ਹੋ? ਤੁਸੀਂ ਸਾਡੇ ਕੁਰਾਨ ਤੇ ਆਇਤਾਂ ਨੂੰ ਮੰਨੋ, ਤੁਸੀਂ ਆਪਣੇ ਧਾਰਮਿਕ ਗ੍ਰੰਥ ਕਿਵੇਂ ਖੋਲ ਸਕਦੇ ਹੋ? ਤੁਸੀਂ ਸਾਡੇ ਧਾਰਮਿਕ ਸਥਾਨਾਂ ਤੇ ਸਜਦਾ ਕਰੋ, ਆਪਣੇ ਮੰਦਰਾਂ ਦੀ ਰਿਪੇਅਰ ਵੀ ਕਿੱਦਾਂ ਕਰ ਸਕਦੇ ਹੋ? ਜ਼ੋਰ ਲਾਇਆ ਅਗਲਿਆਂ ਨੇ ਇਸ ਗੱਲ ਤੇ। ਗੱਲ ਬਣੀ ਤੇ ਨਹੀਂ ਨਾ, ਖਤਮ ਹੋ ਗਏ, ਦੁਨੀਆ ਤੋਂ ਫਨਾ ਹੋ ਗਏ ਅਗਲੇ। ਤੇ ਜਿਹੜੇ ਹੁਣ ਬੈਠੇ ਨੇ ਇਹ ਪਿਛਲੇ ਇਤਿਹਾਸ ਨੂੰ ਭੁਲਾ ਕੇ ਕਾਰਾ ਉਹੀ ਰਿਪੀਟ ਕਰ ਰਹੇ ਨੇ। ਅਜੇ ਵਾਪਰਿਆ ਹੈ ਇਹਨਾਂ ਲੋਕਾਂ ਦੇ ਉੱਤੇ, ਅਜੇ ਬੋਧੀ, ਤਿਲਕ, ਜੰਜੂ ਸਭ ਕੁਝ ਫਨਾ ਕੀਤਾ ਇਹਨਾਂ ਲੋਕਾਂ ਦਾ ਹੀ ਗਿਆ ਸੀ। ਇਹ ਭੁਲਾ ਕੇ ਹੁਣ ਫਿਰ ਦੂਜਿਆਂ ਨੂੰ ਫਨਾ ਕਰਨ ਦੇ ਚਿੱਠੇ ਲਿਖ ਰਹੇ ਨੇ। ਕਿੱਡੀ ਛੇਤੀ ਬੰਦਾ ਆਪਣਾ ਪਿਛੋਕੜ ਭੁੱਲ ਜਾਂਦਾ। ਉਹ ਹੁਣ ਘੱਟ ਗਿਣਤੀਆਂ ਵਾਲੇ ਨੂੰ ਕਹਿੰਦਾ ਤੇਰੀ ਭਾਸ਼ਾ ਕਿਉਂ ਚੱਲੇ, ਤੇਰੀ ਵੇਸ਼ ਭੂਸ਼ਾ ਕਿਵੇਂ ਪ੍ਰਵਾਨ ਕਰ ਲਈਏ, ਤੁਹਾਡੇ ਧਾਰਮਿਕ ਸਥਾਨ ਕਿਵੇਂ ਉਸਰ ਸਕਦੇ ਨੇ? ਅਗਲਿਆਂ ਨੇ ਆਉਂਦਿਆਂ ਸਾਰੀ ਮਸਜਿਦਾਂ ਤੇ ਨਿਸ਼ਾਨੇ ਰੱਖ ਲਏ, ਧਾਰਮਿਕ ਸਥਾਨਾਂ ਨੂੰ ਢਾਹ ਢੇਰੀ ਕਰਨ ਦੇ ਮੁਕਾਬਲੇ ਸ਼ੁਰੂ ਕਰ ਲਏ, ਔਰ ਲੋਕਾਂ ਦੇ ਉੱਤੇ ਆਏ ਦਿਨ ਦਾ ਕਹਿਰ ਵਾਪਰਦਾ ਹੈ। ਔਰ ਅੱਜ ਦਾ ਦਿਨ ਤੁਸੀਂ ਵੇਖ ਲਓ, 31 ਅਕਤੂਬਰ ਭੁੱਲ ਸਕਦੀ ਹੈ? ਜੋ ਕੁਝ ਜੂਨ 84 ਦੇ ਵਿੱਚ ਵਾਪਰਿਆ, ਆਖਿਰ ਇਹ ਗੱਲ ਦੱਸਣੀ ਤਾਂ ਬਣਦੀ ਸੀ ਨਾ ਕਿ ਤੁਸੀਂ ਆਪਣੇ ਆਪ ਨੂੰ ਪ੍ਰਭੂ ਨਾ ਬਣੋ, ਪ੍ਰਭਤਾ ਦੇ ਵਿੱਚ ਆ ਕੇ ਆਪਣੇ ਆਪ ਨੂੰ ਰੱਬ ਨਾ ਸਮਝੋ। ਰੱਬ ਤੇ ਨਿਆਂ ਕਰਦਾ, ਅਸਲ ਦੇ ਵਿੱਚ ਉਹ ਕਦੀ ਬੰਦੇ ਨਾਲ ਅਨਿਆਂ ਨਹੀਂ ਕਰਦਾ। ਸਤਿਗੁਰੂ ਨੇ ਬਾਣੀ ਚ ਆਖਿਆ ਨਾ, ਪੂਰਾ ਨਿਆਂ ਕਰੇ ਕਰਤਾਰ। ਕਈਆਂ ਨੇ ਆਖਿਆ ਜੀ ਇੰਦਰਾਂ ਨੂੰ ਗੋਲੀਆਂ ਮਾਰਨ ਵਾਲਿਆਂ ਨੇ ਗਲਤ ਕੀਤਾ, ਪਰ ਮਸਲਾ ਤੇ ਇਹ ਹੈ ਕਿ ਪੂਰਾ ਨਿਆਂ ਕਰੇ ਕਰਤਾਰ। ਉਹ ਕਰਤਾਰ ਹੁਣ ਅਸਮਾਨੋਂ ਉਤਰ ਕੇ ਧਰਤੀ ਤੇ ਆ ਕੇ ਬੰਦੇ ਨੂੰ ਫਾਇ ਲਾਏਗਾ, ਉਹ ਤੇ ਬੰਦਿਆਂ ਦੇ ਥਰੂ ਹੀ ਲਾਏਗਾ, ਇਨਸਾਨਾਂ ਦੇ ਥਰੂ ਹੀ ਨਿਆਂ ਕਰੇਗਾ। ਜਦੋਂ ਨਿਆਂ ਪ੍ਰਣਾਲੀ ਬੇਈਮਾਨ ਹੋ ਜਾਏ, ਕੰਟਰੀ ਦੇ ਲੋਕ ਜਿਹੜੇ ਰਖਵਾਲੇ ਨੇ, ਪਹਿਰੇਦਾਰ ਨੇ, ਜੇ ਉਹੀ ਵਾੜ ਫਸਲ ਨੂੰ, ਖੇਤ ਨੂੰ ਖਾਣ ਲੱਗ ਪਏ ਤੇ ਕੀ ਕਰੋਗੇ ਤੁਸੀਂ? ਉੱਥੇ ਹੱਥ ਤੇ ਹੱਥ ਧਰ ਕੇ ਲੋਕ ਕਹਿਣ ਨਹੀਂ ਜੀ ਇਹ ਤੇ ਹੁਣ ਰੱਬ ਹੀ ਵੇਖਾ ਅਗਲੇ ਜਨਮ ਦੇ ਵਿੱਚ ਇਸ ਬੰਦੇ ਨਾਲ। ਨਹੀਂ, ਕਿਉਂਕਿ ਗੁਰਮਤ ਅਗਲੇ ਪਿਛਲੇ ਨਹੀਂ ਮੰਨਦੀ। ਉਹ ਕਹਿੰਦੀ ਇੱਥੇ ਹੀ ਨਿਆਂ ਹੁੰਦਾ ਹੈ, ਜਿਹਾ ਬੀਜੈ ਸੋ ਲੁਣੇ, ਕਰਮਾ ਸੰਦੜਾ ਖੇਤ। ਜਿੱਦਾਂ ਹੱਥ ਤੇ ਹੱਥ ਧਰਨ ਨਾਲ ਗੱਲ ਬਣਦੀ ਤੇ ਫਿਰ ਦਰਬਾਰ ਸਾਹਿਬ ਚ ਮੱਸੇ ਰੰਗਣ ਨੇ ਨਹੀਂ ਸੀ ਨਿਕਲਣਾ। ਉੱਥੇ ਨਚਾ ਰਿਹਾ ਸੀ ਨਚਾਉਣ ਵਾਲੀਆਂ ਨੂੰ, ਉੱਥੇ ਸ਼ਰਾਬ ਪਿਆ ਰਿਹਾ ਸੀ, ਉੱਥੇ ਸਾਰੇ ਤਮਾਸ਼ੇ ਕਰ ਰਿਹਾ ਸੀ, ਪਰ ਨਹੀਂ, ਪੂਰਾ ਨਿਆਂ ਕਰੇ ਕਰਤਾਰ। ਤੇ ਫਿਰ ਅਸੀਂ ਸੁੱਖੇ ਜਿੰਦੇ ਨੂੰ ਕਿਵੇਂ ਭੁੱਲ ਸਕਦੇ ਹਾਂ? ਫਿਰ ਉਹਨਾਂ ਗੁਰਸਿੱਖਾਂ ਨੂੰ ਕਿੱਦਾਂ ਭੁੱਲ ਸਕਦੇ ਹਾਂ ਜਿਹੜੇ ਕਰਤੇ ਵਾਹਿਗੁਰੂ ਦੇ ਨਿਆਂ ਨੂੰ ਲਾਗੂ ਕਰਨ ਦੀ ਖੇਚਲ ਦੇ ਵਿੱਚ ਚੱਲੇ ਹੋਏ ਸਨ?
ਹੋਰ ਕੀ ਹੈ ਗੁਰੂ ਸਵਾਰਿਓ, ਗੁਰੂ ਨਾਨਕ ਦੇ ਘਰ ਦੀ ਜਿਹੜੀ ਫਾਈਟ ਹੈ ਨਾ, ਜਿਹੜੀ ਜੱਦੋ ਜਹਿਦ ਹੈ, ਉਹ ਇਸ ਗੱਲ ਤੇ ਖੜੀ ਹੈ ਕਿ ਤੁਸੀਂ ਆਪਣੀਆਂ ਕਲਮਾਂ ਦੇ ਨਾਲ ਘੱਟ ਗਿਣਤੀਆਂ ਤੋਂ ਜਾਂ ਜਿਨ੍ਹਾਂ ਤੋਂ ਤੁਸੀਂ ਨਫ਼ਰਤ ਰੱਖ ਲੈਂਦੇ ਹੋ ਉਹਨਾਂ ਦੇ ਖਿਲਾਫ ਤੁਸੀਂ ਪਰਪੰਚ ਰਚਦੇ ਹੋ, ਤੁਸੀਂ ਕਲਮਾਂ ਚਲਾਉਂਦੇ ਹੋ, ਸਖਤਾਈ ਕਰਦੇ ਹੋ, ਆਪਣਾ ਹੁਕਮ ਮਨਾਉਂਦੇ ਹੋ। ਤੇ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਅਸੀਂ ਵੀ ਕਲਮ ਚੁਕਾਂਗੇ, ਅਸੀਂ ਵੀ ਲੜਾਈ ਲੜਾਂਗੇ, ਪਰ ਇਹ 'ਚ ਫਰਕ ਇਹ ਹੋਏਗਾ ਕਿ ਉਹ ਹੁਕਮ ਸਾਡਾ ਨਹੀਂ ਹੋਏਗਾ, ਉਹ ਹੁਕਮ ਅਕਾਲ ਪੁਰਖ ਵਾਹਿਗੁਰੂ ਨਿਰੰਕਾਰ ਦਾ ਕੁੱਲ ਮਨੁੱਖਤਾ ਦੇ ਭਲੇ ਦੇ ਸੰਬੰਧੀ ਹੋਏਗਾ। ਅਸੀਂ ਉਸ ਹੁਕਮ ਨੂੰ ਲਾਗੂ ਕਰਾਉਣ ਦੀ ਖੇਚਲ ਦੇ ਵਿੱਚ ਰਵਾਂਗੇ। ਉਹਦੇ ਲਈ ਭਾਵੇਂ ਜੰਗਾਂ ਵੀ ਛੇੜਨੀਆਂ ਪੈਣ, ਜੰਗਾਂ ਦਾ ਬਿਗਲ ਵਜਾਉਣਾ ਪਵੇ, ਵਜਾਵਾਂਗੇ। ਅਸੀਂ ਬਾਗੀ ਹੋਣਾ ਪਵੇ ਤੇ ਬਗਾਵਤ ਦੀ ਬਿਗਲ ਵਜਾਵਾਂਗੇ, ਪਰ ਕਰਤੇ ਦੇ ਹੁਕਮ ਨੂੰ ਲਾਗੂ ਕਰਨ ਦੇ ਵਿੱਚ ਹੀ ਹਾਂ ਬਸ। ਅਸੀਂ ਆਪਣਾ ਹੁਕਮ ਨਹੀਂ, ਸਾਡਾ ਕੋਈ ਆਪਣਾ ਕੋਈ ਹੁਕਮ ਨਹੀਂ ਹੈ ਸਾਡਾ। ਤਾਂ ਹੀ ਤਾਂ ਬਾਣੀ 'ਚ ਮਹਾਰਾਜ ਨੇ ਆਖਿਆ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ। ਸਾਡੇ ਵੱਲੋਂ ਇਹ ਕਲਮ ਨਹੀਂ ਚੱਲ ਰਹੀ, ਹੂੰ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਇਹ ਸਿੱਖ ਫਿਲਾਸਫੀ ਦੀ ਪਕੜ ਕਰਨੀ ਪਏਗੀ ਸਾਨੂੰ, ਜਿੱਥੇ ਅਸੀਂ ਜਾਣੇ ਅਣਜਾਣੇ ਆਪਣੀ ਕੌਮ ਦੇ ਹੀਰੋਆਂ ਨੂੰ ਅਸੀਂ ਕਈ ਵਾਰੀ ਗੱਦਾਰ ਗਰਦਾਨ ਦਿੰਦੇ ਹਾਂ। ਗਲਤ ਕੀਤਾ ਅਗਲਿਆਂ ਨੇ, ਕਾਰਾ ਗਲਤ ਕੀਤਾ। ਅੱਜ ਦੇ ਦਿਨ ਹੀ ਨਿਆਂ ਦਿੱਲੀ ਦੇ ਵਿੱਚ ਦਿੱਤਾ ਗਿਆ ਸੀ, ਉਹਦੇ ਬਾਅਦ ਅਗਲਿਆਂ ਨੇ ਕੀ ਕੀਤਾ, ਇੱਕ ਪ੍ਰਧਾਨ ਮੰਤਰੀ ਦੇ ਮਰਨ ਦੇ ਬਾਅਦ ਅਸੰਖਾਂ ਹੀ ਬੱਚੇ, ਬੀਬੀਆਂ, ਔਰਤਾਂ, ਧੀਆਂ, ਉਹਨਾਂ ਦੀ ਪੱਤ ਰੋੜ ਦਿੱਤੀ ਗਈ, ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜ ਕੇ ਸਵਾਹ ਕਰ ਦਿੱਤਾ ਗਿਆ। ਔਰ ਤੁਸੀਂ ਵੇਖੋ, ਇੱਕ ਪਾਸੇ ਜਿਹਨੂੰ ਅੱਜ ਤੱਕ ਨੋਟਾਂ ਤੇ ਛਾਪ ਕੇ ਮਹਾਤਮਾ ਗਾਂਧੀ ਪਿਤਾ ਕਹਿ ਕੇ ਲੋਕ ਪੁਰਾਣੇ ਨੇ, ਉਹਨੂੰ ਗੋਡਸੇ ਨੇ ਗੋਲੀ ਮਾਰੀ। ਕੀ ਗੋਡਸੇ ਜਿਸ ਕੌਮ ਨਾਲ ਸਰੋਕਾਰ ਰੱਖਦਾ ਸੀ, ਉਸ ਕੌਮ ਦਾ ਕੋਈ ਨੁਕਸਾਨ ਹੋਇਆ? ਕੋਈ ਬੰਦਾ ਮਾਰਿਆ ਉਹਨਾਂ ਵੱਲੋਂ? ਨਹੀਂ। ਫਿਰ ਨਿਆਂ ਕਿੱਦਾਂ? ਜੇ ਤੁਸੀਂ ਨਿਆਂ ਦੀ ਗੱਲ ਕਰਦੇ ਹੋ ਤੇ ਜੇ ਇੱਥੇ ਇਹ ਹਵਾਲਾ ਦਿੱਤਾ ਜਾਂਦਾ ਕਿ ਜਦੋਂ ਵੱਡਾ ਦਰਖਤ ਡਿੱਗਦਾ ਤੇ ਧਰਤੀ ਤਾਂ ਹਿਲਦੀ ਹੈ, ਤਾਂ ਫਿਰ ਮਹਾਤਮਾ ਗਾਂਧੀ ਦਰਖਤ ਡਿੱਗਾ ਤੇ ਧਰਤੀ ਕਿਉਂ ਨਹੀਂ ਹਿੱਲੀ? ਇਹਦਾ ਮਤਲਬ ਤਰਾਜੂ ਤਕੜੀ ਆਪਣੀ ਹੋਈ ਹੈ, ਜਿੱਦਾਂ ਮਰਜ਼ੀ ਤੋਲ ਲਈਏ, ਜਿੱਦਾਂ ਮਰਜ਼ੀ ਫੈਸਲੇ ਕਰ ਲਈਏ। ਨਹੀਂ ਗੁਰੂ ਸਵਾਰਿਓ, ਮਹਾਰਾਜ ਨੇ ਆਖਿਆ ਕਿਸੇ ਨਾਲ ਨਫ਼ਰਤ ਨਹੀਂ ਰੱਖਣੀ, ਕਿਸੇ ਨਾਲ ਵੈਰ ਨਹੀਂ ਰੱਖਣਾ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨਿਆਈ। ਸਾਰੇ ਆਪਣੇ ਨੇ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਬਨਾ ਕੇ ਸਾਜਨ। ਜੇ ਏਦਾਂ ਨਾ ਹੁੰਦਾ ਕਦੀ ਵੀ ਹਿੰਦੂ ਸਮਾਜ ਤੋਂ ਲੋਕ ਸਿੱਖ ਨਾ ਬਣਦੇ, ਇਸਲਾਮਿਕ ਲੋਕਾਂ ਚੋਂ ਲੋਕ ਸਿੱਖ ਨਾ ਬਣਦੇ, ਜੈਨੀਆਂ ਬੋਧੀਆਂ ਚੋਂ ਨਿਕਲ ਕੇ ਕੋਈ ਗੁਰੂ ਨਾਨਕ ਦਾ ਪੈਰੋਕਾਰ ਨਾ ਬਣਦਾ। ਤੇ ਇਹ ਜਿਹੜੇ 2.5 ਕਰੋੜ ਗੁਰੂ ਨਾਨਕ ਸਾਹਿਬ ਦੇ ਸਿੱਖ ਬਣੇ, ਕਿੱਥੋਂ ਆਏ ਸਨ ਉਹ ਲੋਕ? ਉਹਨਾਂ ਵਿੱਚੋਂ ਨਿਕਲ ਕੇ ਆਏ, ਜਿਨ੍ਹਾਂ ਨੂੰ ਇਹ ਗੱਲ ਸਮਝ ਪੈ ਗਈ ਕਿ ਬਾਬਾ ਤਾਂ ਸਾਰਿਆਂ ਨੂੰ ਗਲਵਕੜੀ 'ਚ ਲੈਂਦਾ, ਸਭਨਾਂ ਨਾਲ ਪਿਆਰ ਕਰਦਾ, ਸਭ ਦੇ ਹੱਕਾਂ ਦੀ ਲੜਾਈ ਲੜਦਾ। ਕੌਣ ਸ਼ੂਦਰ ਤੇ ਕੌਣ ਔਰਤ, ਸਭਨਾਂ ਦੀ ਆਵਾਜ਼ ਚੁੱਕਦਾ ਸਭਨਾਂ ਦੇ ਹੱਕਾਂ ਲਈ। ਪਰ ਜਦੋਂ ਅਗਲੇ ਵਧੀਕੀ ਕਰਨ, ਧੱਕਾ ਕਰਨ, ਕੁਚਲਣ ਦੀ ਕੋਸ਼ਿਸ਼ ਕਰਨ, ਤੇ ਮਹਾਰਾਜ ਕਹਿੰਦੇ ਨੇ ਫਿਰ ਕਰਤੇ ਦਾ ਨਿਆਂ ਤਾਂ ਲਾਗੂ ਕਰਨਾ ਪਏਗਾ। ਉਹਦੇ ਲਈ ਫਿਰ ਤਖਤ ਦੀ ਸਿਰਜਣਾ ਵੀ ਕਰਨੀ ਪਏਗੀ, ਉੱਥੇ ਫੌਜ ਵੀ ਬਣਾਉਣੀ ਪਏਗੀ ਤੇ ਜੰਗਾਂ ਦੇ ਵਿੱਚ ਵੀ ਉਤਰਨਾ ਪਏਗਾ। ਪਰ ਮਸਲਾ ਪਿੱਛੇ ਨਫ਼ਰਤ ਨਹੀਂ ਹੋਣੀ ਚਾਹੀਦੀ, ਉੱਥੇ ਵੈਰਪਨ ਨਹੀਂ ਹੋਣਾ ਚਾਹੀਦਾ, ਸਿਰਫ ਨਿਆਂ ਦੀ ਭਾਵਨਾ ਹੋਣੀ ਚਾਹੀਦੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦੇ ਵਕਤ ਵੀ ਇਹ ਤੇ ਕੁਝ ਚੱਲਿਆ ਸੀ ਨਾ। ਜੇ ਗੁਰੂ ਮਹਾਰਾਜ ਇਹ ਦੇਖਦੇ ਕਿ ਬਈ ਤਿਲਕ, ਜੰਜੂ, ਧੋਤੀ, ਬੋਧੀ, ਵੇਦ, ਪੁਰਾਣ ਨਾਲ ਸਾਡਾ ਕੀ ਸਰੋਕਾਰ, ਜਿਸ ਮਤ ਦੇ ਨੇ ਉਹ ਜਾਣਨ ਕੀ ਸਰੋਕਾਰ ਹੈ। ਜੇ 9 ਸਾਲ ਦੀ ਉਮਰ 'ਚ ਬਾਬੇ ਨਾਨਕ ਨੇ ਕਹਿਤਾ ਮੈਂ ਨਹੀਂ ਪਾਉਣਾ, ਤਾਂ ਫਿਰ ਅਸੀਂ ਕੌਣ ਆ ਇਹਨਾਂ ਦੇ ਜਿਹਨੂੰ ਪੱਕੇ ਗਲਾਂ ਦੇ ਵਿੱਚ ਧਾਰਨ ਕਰਾਉਣ ਦੀ ਖੇਚਲ ਕਰਨ ਵਾਲੇ? ਪਰ ਨਹੀਂ, ਮਹਾਰਾਜ ਕਹਿੰਦੇ ਨੇ ਜਿਹਨੂੰ ਤੁਸੀਂ ਪਾਉਂਦੇ ਹੋ ਤੁਹਾਨੂੰ ਮੁਬਾਰਕ, ਧੱਕੇ ਨਾਲ ਨਾ ਕਿਸੇ ਨੂੰ ਪਾਇਓ। ਪਰ ਹਾਂ, ਜੇ ਤੁਹਾਡਾ ਜਿਹਨੂੰ ਕੋਈ ਧੱਕੇ ਨਾਲ ਲਾਏਗਾ, ਅਸੀਂ ਉੱਥੇ ਵੀ ਨਾਲ ਤੁਹਾਡੇ ਖੜਾਂਗੇ। ਇਹ ਧਰਮ ਸਿਖਾਉਂਦਾ ਹੈ। ਇਹ ਹੈ ਗੁਰੂ ਨਾਨਕ ਮਹਾਰਾਜ ਦਾ ਧਰਮ। ਇੱਕੋ ਧਰਮ ਦ੍ਰਿੜ ਹੈ ਸੱਚ ਕੋਈ। ਇਹ ਸੱਚ ਰੂਪ ਧਰਮ ਦਾ ਬਿਗਲ ਬਾਬੇ ਨੇ ਵਜਾਇਆ। ਦੂਜੇ ਦੇ ਹੱਕਾਂ ਦੇ ਲਈ ਕਿਵੇਂ ਲੜਨਾ ਹੈ, ਉਹਦੇ ਹੱਕ ਦੀ ਆਵਾਜ਼ ਕਿਵੇਂ ਚੁੱਕਣੀ ਹੈ। ਸੋ ਗੁਰੂ ਤੇਗ ਬਹਾਦਰ ਮਹਾਰਾਜ ਨੇ ਹੱਕਾਂ ਹੁਕਾਂ ਦੀ
ਰਾਖੀ ਲਈ ਆਪਣੇ ਧੜ ਨਾਲੋਂ ਸਿਰ ਜੁਦਾ ਕਰਾ ਲਿਆ ਸੀ। ਇਹ ਵੱਖਰੀ ਗੱਲ ਕਿ ਜਿਨ੍ਹਾਂ ਲਈ ਕਰਾਇਆ ਉਨ੍ਹਾਂ ਹੀ ਹਿੰਦੂ ਪਹਾੜੀ ਰਾਜਿਆਂ ਨੇ ਮੁੜ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ 14 ਜੰਗਾਂ ਵਿੱਚੋਂ ਬਹੁਤੀਆਂ ਜੰਗਾਂ ਅਨੰਦਪੁਰ ਨਾਲ ਦੋ ਹੱਥ ਕਰਕੇ ਲੜ ਲਈਆਂ। ਭੁੱਲ ਵਿਸਰ ਗਏ ਸਾਰੀ ਗੱਲ। ਪਰ ਗੁਰੂ ਮਹਾਰਾਜ ਕਹਿੰਦੇ ਨੇ ਧਨ ਦਾਰਾ ਸੰਪਤ ਸਗਲ, ਇਹ ਜੋ ਕੁਝ ਤੁਸੀਂ ਆਪਣਾ ਬਣਾ ਰਹੇ ਹੋ ਨਾ, ਚਮਕ ਦਮਕ ਇਕੱਠੀ ਕਰ ਰਹੇ ਹੋ, ਸਿੰਚਿਤ ਦਰਬ ਦੇਹ ਦੁਖ ਲੋਗ ਤੇਰੇ ਕਾਜ ਨਾ ਆਵਰਾਂ ਜੋਗ। ਮਹਾਰਾਜ ਕਹਿੰਦੇ ਨੇ ਜਿਹੜਾ ਸਿੰਚਿਤ ਹੋ ਰਿਹਾ ਨਾ, ਸਿੰਚਿਤ ਦਾ ਅਰਥ ਹੁੰਦਾ ਇਕੱਠਾ ਕਰਨਾ। ਆਪਣੇ ਹੱਕ ਦੀ ਮਿਹਨਤ ਛੱਡੋ ਨਾ, ਦੂਜੇ ਦਾ ਹੱਕ ਖੋਵੋ ਨਾ। ਬਸ ਆਹ ਅਸੂਲ ਬਾਬੇ ਨੇ ਸਿਖਾਇਆ। ਆਪਣਾ ਹੱਕ ਕਿਸੇ ਹਾਲਤ ਵਿੱਚ ਵੀ ਨਹੀਂ ਗਵਾਉਣਾ, ਇਹ ਮੂਰਖਤਾ ਹੋਏਗੀ। ਦੂਜੇ ਦਾ ਹੱਕ ਖੋਣਾ ਲਾਲਚ ਹੋਏਗਾ, ਲੋਭ ਹੋਏਗਾ, ਅਗਿਆਨਤਾ ਹੋਏਗੀ। ਮਹਾਰਾਜ ਕਹਿੰਦੇ ਨੇ ਪਰ ਜਦੋਂ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾਂ ਪਿਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਅੰਤ ਦਾ ਅਰਥ ਹੁੰਦਾ ਹੈ ਆਖਿਰਕਾਰ। ਅੰਤ ਦਾ ਅਰਥ ਓਲਡ ਏਜ ਨੂੰ ਨਹੀਂ ਆਖਿਆ ਗਿਆ, ਬਜ਼ੁਰਗੀ ਵੇਲੇ। ਬਜ਼ੁਰਗੀ ਗਰੰਟੀ ਥੋੜਾ ਕਿਸੇ ਦੀ ਕਿ ਸਾਰਿਆਂ ਨੂੰ ਬਜ਼ੁਰਗੀ ਆਉਣੀ ਆਉਣੀ ਹੈ। ਅੰਤ ਦਾ ਅਰਥ ਹੁੰਦਾ ਹੈ ਆਖਿਰਕਾਰ, ਲਾਸਟ, ਅਖੀਰ। ਅਖੀਰ ਜਿਵੇਂ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੇ ਜੋ ਮਰੈ, ਸਰਪ ਜੋਨ ਵਲ ਵਲ ਉਤਰੈ। ਉੱਥੇ ਅੰਤ ਕਾਲ ਦਾ ਅਰਥ ਇਹ ਨਹੀਂ ਬਣਦਾ ਕਿ ਹੁਣ ਬਚਪਨ ਜਵਾਨੀ ਚਲੇਗੀ, ਹੁਣ ਬੁਢੇਪੇ ਵੇਲੇ ਬੰਦਾ ਲక్ష్ਮੀ ਸਿਮਰਨ ਦਿਆ ਹੈ। ਜ਼ਰੂਰੀ ਤਾਂ ਨਹੀਂ ਨਾ। ਪਰ ਇੱਥੇ ਅੰਤ ਦਾ ਅਰਥ ਹੈ ਸਾਰੇ ਕੰਮ ਕਰਨ ਦੇ ਬਾਅਦ, ਭਾਵੇਂ ਸਮਾਜਿਕ ਹੋਣ, ਰਾਜਸੀ ਹੋਣ, ਭਾਵੇਂ ਧਾਰਮਿਕ ਹੋਣ, ਸਾਰੇ ਕਿਰਿਆ ਕਰਮ ਕਰਨ ਦੇ ਬਾਅਦ ਅੰਤਕਾਲ, ਆਖਿਰਕਾਰ, ਇਨ ਲਾਸਟ ਜਿਹੜਾ ਤੇਰੇ ਅੰਦਰ ਸਿਮਰਨ ਚੱਲ ਰਿਹਾ ਨਾ, ਅੰਤਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੇ ਜੋ ਮਰੈ। ਜੇ ਤੂੰ ਇਸ ਚਿੰਤਾ ਵਿੱਚ ਹੈ, ਤੂੰ ਸਿਮਰਨ ਕਿਸ ਚੀਜ਼ ਦਾ ਕਰ ਰਿਹਾ ਹੈ, ਬਸ ਉਦਾਂ ਦਾ ਤੂੰ ਬਣ ਜਾਂਦਾ ਹੈ। ਵੇਖਣ ਨੂੰ ਤੂੰ ਬੰਦਾ ਲੱਗਦਾ ਹੈ, ਪਰ ਮਹਾਰਾਜ ਕਹਿੰਦੇ ਨੇ ਸਰਪ ਜੋਨ ਵਲ ਵਲ ਉਤਰੈ। ਤੂੰ ਬੰਦਾ ਦਿਖਦਾ ਹੈ ਪਰ ਹੁੰਦਾ ਸੱਪ ਹੈ। ਕਰਤੂਤ ਪਸ਼ੂ ਕੀ ਮਾਨਸ ਜਾਤ, ਵੇਖਣ ਨੂੰ ਮਾਨਸ, ਲੋਕ ਪਚਾਰਾ ਕਰੇ ਦਿਨ ਰਾਤ। ਸੋ ਮਹਾਰਾਜ ਕਹਿੰਦੇ ਨੇ ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ, ਇਨਮੇ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਇਹ ਗੱਲ ਸੱਚੀ ਮੰਨ ਲੈ, ਇਹ ਗੱਲ ਵਿੱਚ ਕੋਈ ਵੀ ਝੂਠ ਨਹੀਂ ਹੈ। ਮਹਾਰਾਜ ਕਹਿੰਦੇ ਨੇ ਪ੍ਰੈਕਟੀਕਲ ਗੱਲ ਹੈ, ਇਹ ਸੱਚ ਭਰੀ ਗੱਲ ਹੈ ਕਿ ਇਨਮੇ ਕਛ ਸੰਗੀ ਨਹੀਂ। ਇਹ ਸਾਰਾ ਕੁਝ ਤੂੰ ਆਪਣਾ ਜਿਹਨੂੰ ਕਹਿ ਰਿਹਾ, ਇਹਦੇ ਚ ਸੰਗੀ ਨਹੀਂ ਹੈ। ਹੁਣ ਖਿਮਾ ਕਰਿਓ, ਇਹ ਸੁਣ ਕੇ ਇੱਕ ਵਾਰ ਤੇ ਇਉਂ ਲੱਗਦਾ ਜੇ ਸੰਗੀ ਨਹੀਂ ਤੇ ਫਿਰ ਕਿਉਂ ਚੱਕਰਾਂ 'ਚ ਪਏ ਆ। ਇਹਦੇ ਵਿੱਚੋਂ ਹੀ ਤਿਆਗ ਵਿਰਾਗ ਨਿਕਲ ਆਇਆ, ਇਹਦੇ ਵਿੱਚੋਂ ਹੀ ਲੋਕ ਘਰਾਂ 'ਚੋਂ ਨਿਕਲ ਗਏ। ਨਹੀਂ, ਮਹਾਰਾਜ ਦਾ ਕਹਿਣਾ ਕੀ ਹੈ ਅਸਲ ਦੇ ਵਿੱਚ, ਕਿ ਇਹਨੂੰ ਛੱਡਣਾ ਨਹੀਂ, ਇਹਦੇ ਵਿੱਚ ਰਹਿਣਾ ਹੈ, ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਕਿਰਤ ਕਰਨੀ ਹੈ, ਪਰ ਇਹ ਸੰਗੀ ਨਹੀਂ ਹੈ ਤੇਰਾ। ਦੋ ਰਿਸ਼ਤੇ ਨੇ, ਸਮਾਂ ਵਧੇਰੇ ਹੋ ਗਿਆ ਹੈ, ਸਿਰਫ ਇੰਨੀ ਬੇਨਤੀ ਕਰਾਂਗਾ ਕਿਉਂਕਿ ਅਸੀਂ ਦੋ ਚੀਜ਼ਾਂ ਤੋਂ ਬਣੇ ਆ। ਅਰਦਾਸ ਵਿੱਚ ਵੀ ਕਹਿੰਦੇ ਆ, ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਪਿੰਡ ਦਾ ਅਰਥ ਹੈ ਪਿੰਡਾ, ਸਰੀਰ। ਸਰੀਰ ਦੀਆਂ ਰਿਕੁਆਇਰਮੈਂਟ ਵੱਖਰੀਆਂ ਨੇ, ਜੀਓ ਦੀਆਂ ਵੱਖਰੀਆਂ ਨੇ। ਸਰੀਰ ਕੱਪੜੇ ਪਾਏਗਾ, ਸਰੀਰ ਨੂੰ ਲੋੜ ਪਏਗੀ ਰੋਟੀ ਦੀ, ਬੈੱਡ ਦੀ, ਆਰਾਮ ਦੀ, ਸਾਧਨਾ ਦੀ। ਜੀਓ ਦੇ ਨੇ ਕੱਪੜੇ ਨਹੀਂ ਪਾਉਣੇ, ਜੀਓ ਨੇ ਰੋਟੀ ਨਹੀਂ ਖਾਣੀ, ਜੀਓ ਨੂੰ ਗੱਡੀ ਨਹੀਂ ਚਾਹੀਦੀ, ਜੀਓ ਨੂੰ ਘਰ ਨਹੀਂ ਚਾਹੀਦਾ। ਸਰੀਰ ਦੀਆਂ ਰਿਕੁਆਇਰਮੈਂਟ ਧਨ ਦਾਰਾ ਸੰਪਤ ਨੇ, ਪਰ ਇਨਮੇ ਕਛ ਤੇਰੋ ਨਹੀਂ। ਜੀਓ ਨੂੰ ਕਹਿ ਰਹੇ ਨੇ ਇਹਨਾਂ ਵਿੱਚੋਂ ਤੇਰਾ ਤੇ ਕੁਝ ਨਹੀਂ ਨਾ ਹੈਗਾ, ਤੇ ਫਿਜ਼ੀਕਲੀ ਰਿਲੇਸ਼ਨ ਨੇ ਸਾਰੀਆਂ, ਤੇ ਚਾਹੀਦੀਆਂ ਵੀ ਨੇ, ਪਰ ਤੇਰਾ ਇਹਨਾਂ ਵਿੱਚੋਂ ਕੁਝ ਨਹੀਂ ਹੈਗਾ। ਤੁਸੀਂ ਜਦੋਂ ਸੋਦਰ ਦਾ ਪਾਠ ਕਰਦੇ, ਉੱਥੇ ਮਹਾਰਾਜ ਕਹਿੰਦੇ ਨੇ, ਧਿਆਨ ਨਾਲ ਕਦੀ ਸ਼ਬਦ ਸੁਣਿਓ, ਭਈ ਪ੍ਰਾਪਤ ਮਾਨੁਕ ਦੇਹੁਰੀਆ। ਕਿੱਡਾ ਪਿਆਰਾ ਸ਼ਬਦ ਹੈ ਇਹ। ਮਨੁੱਖਾਂ ਵਾਲੀ ਦੇਹ, ਬੋਡੀ ਪ੍ਰਾਪਤ ਹੋਈ ਹੈ ਤੈਨੂੰ। ਉਹ ਤੈਨੂੰ ਕਿਹਨੂੰ ਕਹਿ ਰਹੇ ਨੇ? ਇਹਦਾ ਮਤਲਬ ਜਿਹਨੂੰ ਬੋਡੀ ਮਿਲੀ ਹੈ ਉਹ ਹੋਰ ਹੈ, ਬੋਡੀ ਹੋਰ ਹੈ। ਭਈ ਪ੍ਰਾਪਤ, ਤੈਨੂੰ ਪ੍ਰਾਪਤ ਹੋਈ ਹੈ,
कि मानुक देहुरिया गोबिंद मिलन की ए तेरी बरीआ, तेरी किनू कह रहे हैं? मानुक देहुरिया नू नहीं कह रहे, जिन्हों मानुक देहुरी मिली है उन्होंने कह रहे हैं, जिन्हों असीं जियो पिंड सब तेरी रास कह रहे हैं। सो एक अंदरूनी रिश्ते ने, अंदरूनी जीवन ने, जिवें फिजिकली तौर पर मां चाहिए तां जन्म होएगा, फिजिकली तौर पर प्यो चाहिए ही चाहिए, भैन भरा पत्नी बच्चे चाहिए ही चाहिए ने, ते अंदर भी तो चाहिए ने ना। महाराज कहते ने माता मत पिता संतोख सत भाई कर एह विसेख। अंदर दे रिश्तियां की भी महाराज ने गल की है, ये बनाने पैने, ये तेनू बनाने ही पैणगे, जे नहीं है तो समझी अजे तो जन्म भी नहीं होया फिर तेरा। फिजिकली तौर पर पंछियां ते जानवरां दे भी जन्म होंदे ने, आया गया मोया ना हो पिछे पत्तल संदेहो काऊं, इहदा कोई फर्क नहीं पैना। संगी वेख तेरे नाल कौन है, तू कैरी किनू कीता होया, इन मैं कछ संगी नहीं नानक साची जान। गुरु नानक महाराज जदों सज्जन दे घर गए, उन्होंने यही गल तो आखिया सी, कहते सज्जन सही नाल मैं चलदियां नाल चलन। सज्जन पता कौन ने? जिहड़े नाल चलन, जिथे लेखा मंगी तिथे खड़न दसन, जिथे प्रॉब्लम अंदरों आवे ना उत्थे नाल खड़न अगले। हुण फिजिकली प्रॉब्लम आएगी तो पत्नी पति बच्चे परिवार खड़ सकते हैं, पर अंदरों समस्या आ जाए, बंदा अंदरों स्ट्रैस डिप्रेशन दे विच है, अंदरों तकलीफ दे विच है, अंदरों घबराहट दे विच है, अंदरों सहम दे विच है, उत्थे वो की कर सकणगे? वो कल्ले दा ही मुकाबला है उत्थे। तां उत्थे सज्जन सही नाल मैं चलदियां नाल चलन, जिथे लेखा मंगीए तिथे खड़े दिसन। क्या कि समाप्ति करा, इत्थों जदों गुरुद्वारा कमेटियां इंडिया तो कोई जथा बुलाउणा हुंदा है, कोई ढाडी प्रचारक ग्रंथी सदना हुंदा है, वो बकायदा इत्थों दी एक इनविटेशन दे लैटर दे नाल नाल गवर्नमेंट दी रिक्वायरमेंट दे अकॉर्डिंग उन्होंने राहदारी भेजते हैं, इत्थों तैयार करके भेजते हैं। उत्थों दी अगला जदों आउंदा तो राहदारी नाल कैरी कीती हुंदी है कि जिथे राह दे विच पुछणगे मैं राहदारी विखा के निकल सकदा वां। सौखी उदाहरण है, वो राहदारी बारे महाराज गल कर रहे हैं कि जिहड़े गुण ने ना, ये राहदारी हुंदे ने बंदे दे, जिथे समस्या आवे उत्थे राहदारी दे विच वो गुण दिखाए जा सकन। तृष्णा की समस्या आ रही है तो संतोख नाल खड़ सकता है, जिथे झूठ प्रॉब्लम क्रिएट कर रहा है उत्थे सच नाल खड़ सकता है, जे वो गुण नाल कैरी कीते ने। ये सज्जन ने साडे जीओ दे। सो महाराज कहते हैं इनमें कछ संगी नहीं नानक साची जान। विचारां दौरान होईयां भुलां चुकां दी खिमा, समां वधेरे लिजाउण दा मैं सबना तो खिमा मंगदा जी। गुरु महाराज आप सबना नूं उदम बख्शिश करदे रहण जी। वाहिगुरू जी का खालसा वाहिगुरू जी की फतेह।